ਮਿਸ਼ਨ ਪੰਜਾਬ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਿੱਧੂ ਸਾਹਿਬ ਕੀ ਹਾਲ ਨੇ? ਪਰ ਠੀਕ ਹੈ ਪ੍ਰਭੂ ਸਾਹਿਬ, ਤੁਸੀਂ ਸੁਣਾਓ, ਤੁਸੀਂ ਠੀਕ ਹੋ? ਕਿਰਪਾ ਜੀ ਵਾਹਿਗੁਰੂ ਜੀ ਦੀ। ਆਪਾਂ ਤਾਂ ਠੀਕ ਹਾਂ ਤੇ ਲਕਾਈ ਦੀ ਵੀ ਸੁੱਖ ਮੰਗਦੇ ਹਾਂ। ਸਿੱਧੂ ਸਾਹਿਬ, ਦੇਸ਼ ਦੇ ਜਿਹੜੇ ਹਾਲਾਤ ਨੇ ਉਹਨਾਂ ਤੇ ਅੱਜ ਮੈਂ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਆ ਤੇ ਪੰਜਾਬ ਦੇ ਹਾਲਾਤਾਂ ਦੀ ਤੇ ਖਾਸ ਕਰਕੇ ਕਰੋਨਾ ਮਹਾਮਾਰੀ ਦੇ ਵਿੱਚ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਨਲਾਇਕੀਆਂ ਵਾ ਇਹ ਕਿਉਂ ਨੇ, ਇਹਨਾਂ ਦਾ ਧਿਆਨ ਕਿੱਧਰ ਆ, ਇਹਦੇ ਬਾਰੇ। ਕਿਉਂਕਿ ਆਕਸੀਜਨ ਦੀ ਘਾਟ ਆ, ਬੈੱਡ ਨਹੀਂ ਮਿਲ ਰਹੇ, ਜਿਨ੍ਹਾਂ ਦੇ ਕੁਝ ਲੋਕ ਕਹਿੰਦੇ ਵੀ ਆਮ ਬੰਦੇ ਨਾਲ ਅੱਜ ਖਾਸ ਬੰਦਿਆਂ ਨਾਲ ਵੀ ਉਹ ਕੁਝ ਵਾਪਰ ਰਿਹਾ ਜੋ ਆਮ ਨਾ ਹੋ ਰਿਹਾ। ਤੇ ਦੇਸ਼ ਕਿਹੜੇ ਬੰਨੇ ਤੁਰਿਆ ਵਾ ਤੇ ਇਹ ਕੀ ਅਸੀਂ ਖਮਿਆਜਾ ਭੁਗਤ ਰਹੇ ਹਾਂ ਸਿਰਫ ਅਸੀਂ ਭਾਰਤੀ ਹਾਂ? ਪਰਵਲ ਸਾਹਿਬ, ਮੈਂ ਸੋਚਦਾ ਹਾਂ ਭਈ ਜਿਹੜੇ ਫਾਂਸੀ ਦੇ ਰੱਸੇ ਚੁੰਮ ਗਏ ਸ਼ਹੀਦ ਭਗਤ ਸਿੰਘ ਜੀ ਸਾਥੀ, ਜੇਲ੍ਹਾਂ ਕੱਟੀਆਂ, ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ, ਕੀ ਉਹਨਾਂ ਇਸ ਦੇਸ਼ ਦਾ ਸੁਪਨਾ ਲਿਆ ਸੀ? ਉਹ ਅੱਜ ਹੋਣ ਜਾਂ ਉਹਨਾਂ ਦੀਆਂ ਰੂਹਾਂ ਕਿਤੇ ਦੇਖਦੀਆਂ ਹੋਣ ਜੋ ਦੇਸ਼ ਦੇ ਹੁਕਮਰਾਨਾਂ ਦਾ ਹਾਲ ਹੈ, ਤਾਂ ਮੈਨੂੰ ਲੱਗਦਾ ਵਾ ਕਿ ਸ਼ਾਇਦ ਉਹਨਾਂ ਨੂੰ ਆਪਣੀਆਂ ਕੀਤੀਆਂ ਕੁਰਬਾਨੀਆਂ ਦਾ ਪਛਤਾਵਾ ਹੁੰਦਾ ਹੋਵੇਗਾ। ਕੀ ਉਹ ਸੋਚਦੇ ਹੋਣੇ ਆ ਕਿ ਕਿਹੋ ਜਿਹੇ ਮੂਰਖਾਂ ਹੱਥ ਅਸੀਂ ਦੇਸ਼ ਦੀ ਵਾਗਡੋਰ ਥਮਾ ਚੱਲੇ ਆ? ਉਹ ਇੰਨੇ ਮੂਰਖ ਵੀ ਨਹੀਂ, ਮਹਾਂ ਮੂਰਖ ਜੀ। ਜੀ ਜੀ ਨੀਰੋ ਬੌਂਸਰੀ ਨਹੀਂ ਵਜਾਉਣੋਂ ਹਟਦਾ ਸੀ, ਰੋਮ ਸਾਰਾ ਹੀ ਜਲੀ ਜਾਂਦਾ। ਲਾਂਤਬਾਜੀ ਉਹ ਲੋਕਾਂ ਨੇ ਤੇ ਆਪਣੇ ਸ਼੍ਰੀਮਾਨ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਕਰਕੇ ਚੁਣਿਆ ਵੀ ਇਹਨਾਂ ਦਾ ਅੱਗੇ ਪਿੱਛੇ ਕੋਈ ਨਹੀਂ ਤੇ ਇਹ ਡੈਡੀਕੇਸ਼ਨ ਨਾਲ ਆਪਣੇ ਦੇਸ਼ ਦਾ ਸੋਚਣਗੇ। ਪਰ ਅੱਗੇ ਪਿੱਛੇ ਵਾਲੀ ਜਿਹੜੀ ਪੂਛ ਹੁੰਦੀ ਹੈ ਨਾ ਜੀ, ਉਹ ਬੰਦੇ ਨੇ ਲਕਾਈ ਹੁੰਦੀ ਕੱਪੜਿਆਂ 'ਚ, ਤੇ ਉਹਦੀ ਜਿਹੜੀ ਪੂਛ ਆ ਉਹ ਈਗੋ ਦੀ, ਅਹਿਮ ਦੀ, ਹਉਮੈ ਦੀ ਪੂਛ ਆ, ਜਿਹਦਾ ਕਰਕੇ ਸਾਰਾ ਦੇਸ਼ ਜਲ ਰਿਹਾ ਜੀ। ਬੁਰੀ ਹਾਲਤ ਆ, ਤਰਾਹੀ ਮੱਚੀ ਹੋਈ ਆ। ਪਰ ਇਹ ਕਿੱਦਾਂ ਦਾ ਸੰਵੇਦਨਹੀਨ ਇਨਸਾਨ ਆ, ਤੇ ਨਾਲ ਉਹ ਜਿਹੜੇ ਇਹਦੇ ਸਿਪਾ ਸਲਾਰ ਨੇ ਉਹ ਪਿਛੁੰਬਤਾ ਮਾਰ ਕੇ, ਚਾਹੇ ਉਹਨਾਂ 'ਚ ਗੁਣ ਹੋਣ ਪਰ ਉਹਨਾਂ ਦੇ ਗੁਣ ਸਾਰੇ ਇਸ ਚੀਜ਼ ਪਿੱਛੇ ਲੁਕੇ ਹੋਏ ਨੇ ਬਈ ਉਹ ਓਵਰ ਭਗਤ ਨੇ ਜੀ। ਉਹ ਮਾੜੇ ਨੂੰ ਮਾੜਾ ਤੇ ਚੰਗੇ ਨੂੰ ਚੰਗਾ ਕਹਿਣ ਦਾ ਮਾਦਾ ਨਹੀਂ ਰੱਖਦੇ, ਤੇ ਨੁਕਸਾਨ ਖਮਿਆਜ਼ਾ ਕਿਹਨੂੰ ਭੁਗਤਣਾ ਪੈਂਦਾ? ਦੇਸ਼। ਸਹੀ ਗੱਲ ਹੈ ਸਿੱਧੂ ਸਾਹਿਬ। ਦੇਖੋ, ਬਾਹਰਲੇ ਜਿਹੜੇ ਚੈਨਲ ਨੇ, ਬਾਹਰਲੀਆਂ ਅਖਬਾਰਾਂ ਨੇ, ਉਹਨਾਂ ਅਖਬਾਰਾਂ ਨੇ ਵੀ ਇੱਥੋਂ ਤੱਕ ਲਿਖਤਾ ਕਿ ਜੇ ਕਰੋਨਾ ਦਾ ਨਰਕ ਹੈ ਇਸ ਟਾਈਮ ਇੰਡੀਆ, ਉਹਨਾਂ ਨੇ ਆਪਣੀਆਂ ਫਲਾਈਟਾਂ ਬੰਦ ਕਰ ਦਿੱਤੀਆਂ, ਆਪਣੇ ਨਾਗਰਿਕਾਂ ਨੂੰ ਤੱਕ ਕਹਿ ਦਿੱਤਾ ਕਿ ਇੰਡੀਆ ਦੇ ਵਿੱਚ ਬਿਲਕੁਲ ਜਾਓ ਨਾ। ਇਹ ਸਾਰਾ ਕਾਰਨ ਇਸ ਕਰਕੇ ਹੋਇਆ ਕਿ ਇਹ ਅਜੇ ਤੱਕ ਵੀ ਵੋਟਾਂ ਲਈ ਲੜਾਈ ਲੜੀ ਜਾਂਦੇ ਆ, ਲੋਕਾਂ ਦੀ ਲੜਾਈ ਤੇ ਲੜਨ ਦਿੰਦੇ ਸਿੱਧੂ ਸਾਹਿਬ। ਵੋਟਾਂ ਦੀ ਜਿੱਤ ਦੀ ਲੜਾਈ ਲੜਦੇ। ਜਨਾਬ, ਕਿੱਥੇ ਕਰੋਨਾ, ਕਿੱਥੇ ਹੈ ਦੱਸੋ? ਜੇ ਘਰ ਵਿੱਚ ਕੋਈ ਸੋਗ ਹੋਵੇ ਤੇ ਕੋਈ ਵਿਆਹਾਂ ਦੀ ਜਾਂ ਨਵੇਂ ਮਹੂਰਤਾਂ ਦੀ ਤਿਆਰੀ ਕਰਦਾ। ਇਹਨਾਂ ਸ਼੍ਰੀਮਾਨ ਜੀ ਨੇ ਆ ਕਰੋਨਾ ਦੌਰ 'ਚ 8458 ਕਰੋੜ ਰੁਪਈਆਂ ਦਾ ਜਹਾਜ਼ ਖਰੀਦਿਆ। ਬੱਲੇ 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 ਬੱਲੇ। ਤੇ ਸ਼੍ਰੀਮਾਨ ਜੀ ਉਹ ਘਰ 'ਚ ਸੋਗ ਹੋਏ ਤੇ ਕੋਈ ਨਵੇਂ ਘਰਾਂ ਦੀ ਤਿਆਰੀ ਕਰਦਾ। ਹੁਣ ਸ਼੍ਰੀਮਾਨ ਜੀ ਆਪਣੇ ਪ੍ਰਧਾਨ ਮੰਤਰੀ ਜੀ ਇੱਕ ਨਵਾਂ ਘਰ ਬਣਾਉਣ ਰਹੇ ਜੀ, ਉਹਦੇ ਤੇ ਕੱਲੀ ਬਿਲਡਿੰਗ ਤੇ 13,450 ਕਰੋੜ ਰੁਪਏ ਦਾ ਖਰਚਾ ਆਉਣਾ। ਬਾਨੀ ਦਿੱਲੀ ਦੇ ਸੈਂਟਰ 'ਚ, ਉਹ ਦਿੱਲੀ ਜਿੱਥੇ ਆਕਸੀਜਨ ਦੀ ਸਕੇਰਸਿਟੀ ਕਰਕੇ ਹਜ਼ਾਰਾਂ ਮਰੀਜ਼, ਉਹਨਾਂ ਦੇ ਰਿਸ਼ਤੇਦਾਰ ਤੜਫਣ ਡਏ ਆ, ਵਿਲਕਣ ਡਏ ਆ, ਉੱਥੇ ਇਹ ਸ਼੍ਰੀਮਾਨ ਜੀ ਬੌਂਸਰੀ ਵਜਾ ਰਹੇ ਨੇ, ਨਵੀਆਂ ਇਨਵੈਸਟਮੈਂਟਾਂ, ਆਪਣੀਆਂ ਖੁਸ਼ੀਆਂ, ਆਪਣੇ ਸ਼ੌਕ ਪੂਰੇ ਕਰ ਰਹੇ ਨੇ। ਦੇਸ਼ ਮਰ ਰਿਹਾ, ਸੜ ਰਿਹਾ, ਇਹਨਾਂ ਨੂੰ ਕੋਈ ਫਿਕਰ। ਗੱਲ ਉਹੀ ਆ ਕਿ ਕੋਈ ਮਰੀ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਇਹ ਤਾਂ ਆਪਣੇ ਪਤਾਸੇ ਪੀਂਦੇ ਆ। ਜਿੰਨਾ ਤੁਸੀਂ ਸਿੱਧੂ ਸਾਹਿਬ ਅੰਕੜੇ ਦਿੱਤੇ ਜੇ 8400 ਕਰੋੜ ਤੇ 13,000 ਕਰੋੜ, ਮੈਂ ਨਾ ਇਹਦੇ ਨਾਲ ਸਾਰੇ ਦੇਸ਼ ਦੇ ਵਿੱਚ ਜਿੰਨੇ ਮਰਜ਼ੀ ਵੈਂਟੀਲੇਟਰ ਦੇ ਲੈਂਦੇ ਤੇ ਆਕਸੀਮੀਟ ਉਹ ਜਿਹੜੇ ਆ ਆਕਸੀਜਨ ਜਿਹੜੇ ਆ ਟ੍ਰਾਂਸਫਰ ਜਿਹੜੇ ਕਰਦੇ ਨੇ ਕਿਸੇ ਵੀ ਚੀਜ਼ ਦੀ। ਦੇਖੋ ਜੀ, ਗੱਲ ਹੈਗੀ ਇੱਛਾ ਸ਼ਕਤੀ। ਪ੍ਰਬਲ ਸਾਹਿਬ, ਇੱਛਾ ਸ਼ਕਤੀ ਦੀ ਕਮੀ ਆ, ਨਹੀਂ ਤੇ ਪੂਰੀ ਦੁਨੀਆ ਵਿੱਚੋਂ ਆਪਾਂ ਗਏ, ਕੈਨੇਡਾ ਗਏ, ਕਿੰਨੇ ਘੰਟੇ ਦਾ ਸਫ਼ਰ ਆ? 13 ਘੰਟੇ ਲੱਗਦੇ ਸਾਰੇ। 13 ਘੰਟੇ ਲੱਗੇ ਹੈ ਨਾ ਜੀ। 13 ਘੰਟੇ 'ਚ ਇਹਦਾ ਮਤਲਬ ਕੈਨੇਡਾ ਜਾਂ ਅਮਰੀਕਾ ਤੋਂ ਫਲਾਈਟਾਂ ਜੋ ਚਾਹੋ ਇੱਥੇ ਲੈ ਆਉਂਦੀਆਂ, ਰਾਈਟ? ਇਹਨਾਂ ਦੇ ਜਹਾਜ਼ ਵਿਹਲੇ ਖਲੋਤੇ। ਤੁਸੀਂ ਤੇ ਅਖਬਾਰ 'ਚ ਵੀ ਬਿਆਨ ਦਿੱਤਾ ਸੀ ਵੀ ਜਹਾਜ਼ ਵਿਹਲੇ, ਤੁਹਾਡੇ ਆਕਸੀਜਨ ਅਵੇਲੇਬਲ ਹੈ। ਬਹੁਤ ਸਾਰੇ ਇਹੋ ਜਿਹੇ ਦੇਸ਼ ਨੇ ਜਿਨ੍ਹਾਂ ਆਪਣੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਸੀ ਪਿਛਲੀ ਝਟਕੇ ਤੋਂ ਬਾਅਦ, ਤੇ ਤੁਸੀਂ ਉਹਨਾਂ ਕੋਲੋਂ ਮੰਗਾ ਲਓ, ਜੋ ਚਾਹੋ ਮੰਗਾ ਲਓ, ਆਰਡਰ ਦੇ ਕੇ ਤੁਸੀਂ ਪਰਚੇਜ ਕਰ ਲਓ, ਪਰ ਉਧਰ ਧਿਆਨ ਹੀ ਨਹੀਂ। ਮੈਂ ਕਹਿੰਦਾ ਹੱਦ ਹੀ ਹੋ ਗਈ ਜੀ। ਪਰ ਇਹ ਕੰਮ ਹੋਣਾ ਹੀ ਸੀ ਜਿੱਥੇ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਕੱਟੜਵਾਦ ਆਉਂਦਾ ਹੈ, ਚਾਹੇ ਕਿਸੇ ਵੀ ਧਰਮ ਦਾ ਹੋਵੇ ਜੀ, ਕਿਸੇ ਵੀ ਧਰਮ ਦਾ ਹੋਵੇ, ਉਹਦੇ ਖਮਿਆਜ਼ੇ ਆਉਣ ਵਾਲੀ ਜਿਹੜੀਆਂ ਪੀੜ੍ਹੀਆਂ ਉਹਨਾਂ ਨੂੰ ਭੁਗਤਣੇ ਪੈਂਦੇ ਆ, ਤੇ ਆਪਾਂ ਭੁਗਤਦੇ ਆ। ਤੁਸੀਂ ਸਿੱਧੂ ਸਾਹਿਬ ਗੱਲ ਕਰਤੀ ਧਰਮ ਦੀ, ਤੇ ਅੱਜ ਦੀ ਗੱਲ ਦੱਸ ਰਿਹਾ। ਅੱਜ ਬਿਆਨ ਆਇਆ ਪੈਟਰੋਲੀਅਮ ਮੰਤਰੀ ਜਿਹੜਾ ਵਾ ਧਰਮਿੰਦਰ ਪ੍ਰਧਾਨ,
ਕਿ ਤੇਲ ਦੀਆਂ ਕੰਪਨੀਆਂ 100 ਕਰੋੜ ਰੁਪਈਆ ਬਦਰੀਨਾਥ ਮੰਦਿਰ ਨੂੰ ਦੇ ਰਹੀਆਂ, ਇਹਦੇ ਨਾਲ ਉਹਦਾ ਵਿਕਾਸ ਹੋਏਗਾ। ਉਹ ਲਾਂਤਿਓ ਹੁਣ ਤੇ ਹਟ ਜਾਓ, ਦੇਸ਼ ਮਰਨ ਦਿਆ। ਤੁਸੀਂ ਤਾਂ ਬਹੁਤ ਵੱਡੇ ਅੰਕੜੇ ਕੱਢਤੇ। ਮੈਂ 100 ਕਰੋੜ ਦਾ ਅੰਕੜਾ ਕੱਢਿਆ ਸੀ ਤੇ ਉਹਦੇ ਹਿਸਾਬ ਨਾਲ 100 ਕਰੋੜ ਰੁਪਈਏ ਦੇ ਜੇ 7 ਲੱਖ ਦਾ ਵੀ ਆਪਾਂ ਉਹ ਲਾਈਏ ਜੀ ਵੈਂਟੀਲੇਟਰ, ਤੇ ਉਹ 1428 ਵੈਂਟੀਲੇਟਰ ਆ ਜਾਂਦੇ, ਤੇ ਆਕਸੀਜਨ ਜਿਹੜੇ ਆਪਣੇ ਆ ਟ੍ਰਾਂਸਫਰ ਕਰਦੇ ਆ ਸਪਲੇਟਰ, ਜਿਹੜੇ ਆਕਸੀਜਨ ਸਪਲੇਟਰ ਉਹ 15,000 15,500 ਉਹ ਆ ਜਾਂਦੇ ਆ। ਤੇ ਹਾਂ ਜੇ ਤੁਸੀਂ ਹਜ਼ਾਰਾਂ ਕਰੋੜਾਂ 'ਚ ਲੈ ਗਏ, ਜੇ ਮੈਂ ਸਮਝਦਾ ਇਹਨਾਂ ਦੇ ਜਿੰਨੇ ਸੂਬੇ ਆ ਉਹਨਾਂ ਕੋਲ ਸਾਰਾ ਕੁਝ ਹੀ ਵਾਧੂ ਹੋ ਜਾਣਾ। ਦੇਖੋ ਜੀ, ਗੱਲ ਇੱਦਾਂ ਵਾ ਬਈ ਧਰਮ ਬੰਦੇ ਨੂੰ ਅੰਨਾ ਕਰ ਦਿੰਦਾ, ਚਾਹੇ ਕੋਈ ਹੋਵੇ। ਫਿਰ ਮੈਂ ਕਹੀ ਜਾਂਦਾ, ਜਦੋਂ ਤੁਸੀਂ ਬਲਾਈਂਡਲੀ ਕਿਸੇ ਨੂੰ ਫੋਲੋ ਕਰਦੇ ਹੋ ਤੇ ਤੁਸੀਂ ਬਾਕੀ ਚੀਜ਼ਾਂ ਤੁਹਾਡੀਆਂ ਸੈਂਸਿਸ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ। ਤੁਸੀਂ ਤੇਲ ਦੀ ਗੱਲ ਛੇੜਦੀ ਹੈ ਜੀ, ਪਿਛਲੇ 4 ਦਿਨ ਤੋਂ ਘੱਟੋ ਘੱਟ 75 ਪੈਸੇ ਤੋਂ ਰੁਪਈਆ ਤੇਲ ਦੇ ਰੇਟ ਵੱਧ ਗਏ। ਕਿੰਨੇ ਇੱਕ ਕੰਪਨੀ ਹੈ ਉਹ ਰਿਲਾਇੰਸ ਵਾਲਿਆਂ ਦੀ ਜੀ, ਉਹ ਕਿੰਨੇ ਹਜ਼ਾਰ ਕਰੋੜ ਲੀਟਰ ਰੋਜ਼ ਤੇਲ ਵੇਚਦੀਆਂ ਨੇ, ਤੇ ਉਹ ਤੇ ਆਮ ਲੋਕਾਂ ਦੀਆਂ ਜੁੱਤੀਆਂ, ਆਮ ਲੋਕਾਂ ਦਾ ਸਿਰ ਹੈ। ਪਰ ਆਮ ਲੋਕਾਂ ਨੂੰ ਇਸ ਵੇਲੇ ਅੱਗੇ ਰੋਟੀ ਕੱਪੜੇ ਮਕਾਨ ਤੋਂ ਵਿਹਲ ਨਹੀਂ ਸੀ, ਉਹਦੀਆਂ ਸੋਚਾਂ ਸੋਚਦੇ ਰਹਿੰਦੇ ਸੀ ਗਰੀਬ। ਤੇ ਹੁਣ ਜਿਹੜਾ ਮੈਡੀਕਲ ਖਰਚੇ, ਹੁਣ ਤੁਸੀਂ ਸਮਝੋ ਵੀ ਆ ਜਿਹੜੇ ਪ੍ਰਾਈਵੇਟ ਹਸਪੀਟਲ ਨੇ, ਖੁੱਲੀ ਲੁੱਟ ਹੈ ਜੀ, ਉਹਦੇ ਲਾਸ਼ਾਂ ਵੀ ਬੰਦੇ ਨੂੰ ਆਪਣਾ ਆਪ ਗਿਰਵੀ ਰੱਖ ਕੇ ਪਰਚੇਜ ਕਰਨੀਆਂ ਪੈ ਰਹੀਆਂ ਆਪਣਿਆਂ ਦੀਆਂ ਹੀ, ਉਹਨਾਂ ਦੇ ਇੰਨੇ ਖਰਚੇ ਆ। ਤੇ ਇਹ ਜਿਹੜਾ ਜੋ ਹੋ ਰਿਹਾ ਹੈ ਨਾ ਜੀ, ਇਹ ਭਾਰਤ ਪਤਨ ਵੱਲ ਵੱਧ ਰਿਹਾ ਜੀ। ਬਿਲਕੁਲ ਸਹੀ ਗੱਲ ਹੈ ਸਿੱਧੂ ਸਾਹਿਬ। ਮੈਨੂੰ ਤਾਂ ਸਮਝ ਨਹੀਂ ਆਉਂਦੀ ਸਿੱਧੂ ਸਾਹਿਬ, ਅੱਜ ਜਦੋਂ ਆ ਕਿਸਾਨ ਅੰਦੋਲਨ ਸੀ ਤਾਂ ਉਦੋਂ ਇੱਕ ਬੜੀ ਤਕੜੀ ਉਹ ਗਾਇਕ ਹੈ ਸ਼ਾਇਦ ਰਿਹਾਨਾ ਕੁੜੀ, ਤੋਂ ਉਹਨੇ ਇਸ ਮਸਲੇ ਦੇ ਉੱਤੇ ਬੋਲਤਾ ਸੀ। ਤੇ ਸਾਡੇ ਆ ਜਿਹੜੇ ਸੋ ਕਾਲਡ ਹੀਰੋ ਸੈਲੀਬ੍ਰੇਟ ਆ, ਉਹਦੇ 'ਚ ਅਕਸ਼ੇ ਕੁਮਾਰ, ਅਜੇ ਦੇਵਗਨ, ਸਚਿਨ ਤੰਦੂਲਕਰ, ਇੱਕ ਉਹ ਜਿਹੜੀ ਕਮਲੀ ਆ ਜਿਹਨੂੰ ਹੁਣ ਆਪ ਨੂੰ ਹੀ ਕਰੋਨਾ ਹੋਇਆ ਫਿਰਦਾ ਵਾ, ਤੇ ਇਹ ਸਾਰੇ ਕਹਿੰਦੇ ਸੀ ਜੀ ਅੰਦਰੂਨੀ ਮਾਮਲਾ ਵਾ। ਤੇ ਆ ਕਰੋਨਾ ਨਾਲ ਦੇਸ਼ ਮਰ ਰਿਹਾ, ਆਕਸੀਜਨ ਨਾਲ ਲੋਕ ਮਰ ਰਹੇ ਨੇ, ਬੈੱਡ ਨਹੀਂ ਮਿਲ ਰਹੇ, ਤੇ ਹੁਣ ਹੀ ਇਹਨਾਂ ਦੇ ਮੂੰਹਾਂ ਤੇ ਤਾਲੇ ਲੱਗੇ। ਪਿੱਛੇ ਜੇ ਤੁਸੀਂ ਕਹਿੰਦੇ ਹੋ ਆਪਾਂ ਬਾਲੀਵੁੱਡ ਜਾਣਾ, ਇੱਕ ਫਿਲਮ ਬਣਾਉਣੀ ਆ ਜੀ, ਤੇ ਤੁਸੀਂ ਜੇ ਇਹਨਾਂ ਨੂੰ ਕਿਸੇ ਵੀ ਹੀਰੋ ਹੀਰੋਇਨ ਨੂੰ ਅਪੁਆਇੰਟ ਕਰੋ, ਯੂ ਪੇ ਸਮ ਮਨੀ, ਤੇ ਉਹ ਤੋਤੇ ਵਾਂਗੂ ਉਹੀ ਰਟਣਗੇ ਜੋ ਉਹਨਾਂ ਨੂੰ ਡਾਇਲੋਗ ਦੇ ਦਿੱਤੇ ਜਾਣਗੇ। ਇਹਨਾਂ ਨੂੰ ਡਾਇਲੋਗ ਮਿਲਦੇ ਆ ਜੀ ਸਰਕਾਰ ਤੋਂ, ਕਿਉਂਕਿ ਇਹਨਾਂ 'ਚ ਬਹੁਤ ਸਾਰੀਆਂ ਆਪਣੀਆਂ ਕਮੀਆਂ ਹੁੰਦੀਆਂ, ਨਹੀਂ ਤੇ ਫਿਰ ਧਮਕੀਆਂ ਮਿਲਦੀਆਂ, ਬਾਹ ਮਰੋੜ ਕੇ ਉਹ ਕਰਾ ਲੈਂਦੇ ਆ। ਜ਼ਮੀਰ ਤੇ ਇਹਨਾਂ ਗਹਿਣੇ ਰੱਖੇ ਆ। ਬੇਸਿਕਲੀ ਕੀ ਆ, ਬੇਸਿਕਲੀ ਗੱਲ ਸਿਚੁਏਸ਼ਨਸ ਦੀ ਹੈ। ਹੁਣ ਦੇਖੋ, ਇੱਕ ਸਾਰੇ ਕੁਛ ਦੇ ਵਿੱਚ ਇਹ ਨਿਕਲਿਆ ਵੀ ਬਾਬੇ ਨਾਨਕ ਦੇ ਪੈਰੋਕਾਰ, ਮੈਂ ਧਰਮ ਦੀ ਗੱਲ ਹੀ ਨਹੀਂ ਕਰਦਾ, ਬਾਬਾ ਨਾਨਕ ਨੂੰ ਮੰਨਣ ਵਾਲੇ ਹਿੰਦੂ ਵੀ ਹੋ ਸਕਦੇ, ਮੁਸਲਮਾਨ ਵੀ ਹੋ ਸਕਦੇ, ਸਿੱਖ ਵੀ ਹੋ ਸਕਦੇ ਆ। ਉਹ ਗੁਰੂ ਸਾਹਿਬ ਦੇ ਦਿੱਤੇ ਜਿਹੜਾ ਉਹਨਾਂ ਨੇ ਪ੍ਰਿੰਸੀਪਲ ਦਿੱਤੇ ਆਪਾਂ ਨੂੰ, ਉੱਤੇ ਪਹਿਰਾ ਦਿੰਦੇ ਹੋਏ ਪੂਰੀ ਸੇਵਾ ਕਰ ਰਹੇ ਆ। ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਬਾਹਰ ਉਹਨਾਂ ਦੀ ਸੇਵਾ ਦੇ ਟੱਕੇ ਨੇ, ਪਰ ਇੱਥੇ ਜਿਹੜੇ ਗੁਰੂ ਨਾਨਕ ਦੇ ਪੈਰੋਕਾਰ ਵੱਡੀਆਂ ਕੁਰਸੀਆਂ ਤੇ ਬੈਠੇ ਨੇ, ਉਹ ਇਸ ਪੰਜਾਬ ਵਿੱਚ ਹੀ ਜਿਹੜਾ ਹੈ ਉਹ ਆਮ ਮਨੁੱਖਤਾ ਦਾ ਘਾਣ ਕਰ ਰਹੇ ਨੇ, ਆਮ ਮਨੁੱਖਤਾ ਦੀ ਸਾਰ ਨਹੀਂ ਲੈ ਰਹੇ। ਤੇ ਕੀ ਇਹ ਕੁਰਸੀਆਂ ਹੀ ਕਲਹਿੜੀਆਂ ਹੈ? ਜਦੋਂ ਇਹ ਮਿਲ ਜਾਂਦੀਆਂ ਨੇ ਕਿਸੇ ਨੂੰ, ਤੇ ਉਹ ਉਹਨਾਂ ਦਾ ਜ਼ਮੀਰ ਜਿਹੜਾ ਹੈ ਉਹ ਕੰਮ ਕਰਨੋਂ ਬੰਦ ਕਰ ਦਿੰਦਾ ਹੈ, ਜਾਂ ਉਹਨਾਂ ਦੀ ਸੈਂਸਿਟਿਵਿਟੀ ਖਤਮ ਹੋ ਜਾਂਦੀ ਹੈ, ਉਹ ਇਨਸੈਂਸਿਟਿਵ ਹੋ ਜਾਂਦੇ ਨੇ ਲੋਕਾਂ ਪ੍ਰਤੀ, ਜਾਂ ਜਿਹੜੇ ਲੋਕ ਹੈ ਉਹ ਸਿਰਫ ਉਹਨਾਂ ਨੂੰ ਵੋਟਾਂ ਲੱਗਦੇ ਨੇ, ਜਾਂ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਆਬਾਦੀ ਭਾਰਤ ਦੀ ਇੰਨੀ ਹੈ, ਜੇ ਥੋੜੀ ਬਹੁਤ ਘੱਟ ਵੀ ਜਾਏਗੀ ਕੋਈ ਫਰਕ ਨਹੀਂ ਪੈਣਾ। ਪਰ ਜਿਹਦਾ ਕਲੋਜ਼ ਰਿਲੇਟਿਵ, ਉਹਦਾ ਪਿਓ, ਮਾਂ, ਭਰਾ, ਬੱਚਾ, ਜੀਵਨ ਸਾਥੀ ਚਲੇ ਜਾਂਦਾ ਹੈ, ਉਹਦੀ ਕਮੀ ਕਿੱਥੋਂ ਪੂਰੀ ਹੋਏਗੀ? ਇਹ ਸਮਝੋਂ ਬਾਹਰ ਹੈ। ਇਹ ਕਿਉਂ ਨਹੀਂ ਸਮਝਦੇ? ਇਹ ਵੀ ਸਮਝੋਂ ਬਾਹਰ ਹੈ। ਪਰੋਵਾਲ ਸਾਹਿਬ, ਸਿੱਧੂ ਸਾਹਿਬ, ਜਿਸ ਤਨ ਲਾਗੇ ਸੋਈ ਤਨ ਜਾਣੇ, ਕੌਣ ਜਾਣੇ ਪੀਰ ਪੜਾਈ। ਇਹਨਾਂ ਨੂੰ ਕੀ ਲੱਗੇ? ਇਹਨਾਂ ਲਈ ਤੇ ਅੰਕੜੇ ਨੇ। ਇੱਕ ਮੇਰਾ ਕੱਲ ਕੋਈ ਸੱਜਣ ਹੀ, ਉਹ ਵਿਦੇਸ਼ ਦੇ ਵਿੱਚ MBBS ਲਈ ਬੱਚੇ ਭੇਜਦਾ, ਤੇ ਉਹ ਦੱਸੇ ਵੀ ਉਹਦੇ ਜਿਹੜੇ ਪੜ੍ਹ ਕੇ ਆਏ ਬੱਚੇ ਉਹ ਡਾਕਟਰ ਲੱਗੇ ਆ, ਕਿਸੇ ਨੇ ਹਸਪਤਾਲ ਖੋਲ੍ਹਿਆ। ਉਹ ਕਹਿੰਦੇ ਵੀ ਅਸੀਂ ਹੁਣ ਇਹਦੇ ਅੰਦਰ ਕਿਸੇ ਸਿਸਟਮ ਦੇ ਤੇ ਕੀ ਹਾਲਾਤ ਨੇ, 9-9 ਲਾਸ਼ਾਂ ਰੱਖ ਕੇ ਇੱਕ ਥਾਂ ਸੰਸਕਾਰ ਹੋ ਰਹੇ ਨੇ, ਕੀ ਕੁਝ ਹੋ ਰਿਹਾ ਵਾ। ਇਹ ਤੇ ਇਹਨਾਂ ਦੇ ਕੋਈ ਇਹ ਜਿਹੜੇ ਅੰਕੜੇ ਆ ਨਾ ਸਿੱਧੂ ਸਾਹਿਬ, ਪਿਛਲੀਆਂ ਵੀਡੀਓ 'ਚ ਵੀ ਮੈਂ ਕਿਹਾ ਸੀ, ਔਰ ਇਹ ਗੱਲ ਪੁਖਤਾ ਤੇ ਪ੍ਰੂਫ ਸਹਿਤ ਆ। ਜਿੰਨੀਆਂ ਇਹ ਮੁਝੇ 4000 ਮੌਤਾਂ ਹੋਣ, ਤੇ ਇਹ ਨਹੀਂ ਆ ਵੀ ਸਿਵਿਆਂ 'ਚ ਜਗ੍ਹਾ ਨਾ ਮਿਲੇ। ਮੌਤਾਂ ਦੇ 10 ਗੁਣਾ ਵੱਧ ਨਹੀਂ, ਮੈਂ ਤਾਂ ਨਾ 100 ਗੁਣਾ ਵੱਧ ਹੁੰਦੀਆਂ ਵਾ। ਪਰ ਗੱਲ ਕੀ ਆ, ਉਹ ਲੋਕ ਕਈ ਵਿਚਾਰੇ ਘਰਾਂ ਦੇ ਵਿੱਚ ਹੀ ਆ। ਉਹ ਇੱਕ ਮੈਂ ਛੋਟੇ ਜਿਹੇ ਪਿੰਡ ਦੀ ਐਗਜ਼ਾਮਪਲ ਦੇਣ ਦਿਆਂ ਵਾ, ਚਲੋ ਨਾਂ ਕੀ ਲੈਣਾ ਪਿੰਡ ਦਾ, ਉਹਦੀ ਆਬਾਦੀ 4000 ਆ ਜੀ। ਤੇ ਮੈਨੂੰ ਅੱਜ ਪਤਾ ਲੱਗਾ ਕਿ ਪਿਛਲੇ 1.5 ਮਹੀਨੇ 'ਚ ਉਸ ਪਿੰਡ 'ਚ 96 ਮੌਤਾਂ ਹੋ ਗਈਆਂ। ਤੇ ਦੱਸੋ, ਜੇ ਇਹ ਅੰਕੜੇ ਸਹੀ ਆ ਤੇ ਤਾਂ ਹੀ ਆ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰਾਂ ਨੂੰ ਮਿਲ ਰਹੇ। ਤੇ ਜਿਹੜੀ ਗੱਲ ਤੁਸੀਂ ਸਿੱਧੂ ਸਾਹਿਬ ਕਹਿ ਰਹੇ ਜੇ ਕੁਰਸੀਆਂ ਕਲਹਿਣੀਆਂ, ਆਪਾਂ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇਸ ਵਕਤ ਜਿਹੜੀ ਮੌਜੂਦਾ ਸਰਕਾਰ ਆ, ਉਹਦੇ ਆਪਸ ਵਿੱਚ ਜਿਹੜੇ ਮੰਤਰੀ ਆ ਉਹ ਛਿਤਰੋ ਛਿਤਰੀ ਹੁੰਦੇ ਆ ਇੱਕ ਕੁਰਸੀ ਲਈ। ਕਿਸੇ ਪਿਓ ਦੇ ਪੁੱਤ ਦਾ ਬਿਆਨ ਨਹੀਂ ਆਉਂਦਿਆ ਕਿ ਅੱਜ ਆਕਸੀਜਨ ਦੀ ਘਾਟ ਪੂਰੀ ਕਰੋ, ਇੱਥੇ ਬੈੱਡਾਂ ਦੀ ਘਾਟ ਪੂਰੀ ਕਰੋ। ਮੁੱਖ ਮੰਤਰੀ ਸਾਹਿਬ ਡੇਰਿਆਂ ਤੋਂ ਮਦਦ ਮੰਗਣ ਦੇ ਆ। ਸ਼੍ਰੋਮਣੀ ਕਮੇਟੀ ਨੂੰ ਮੈਂ ਇੱਥੇ ਸ਼ਾਬਾਸ਼ ਵੀ ਦਊਂਗਾ ਜੀ ਅੱਜ, ਕਿਉਂਕਿ ਉਹਨਾਂ ਨੇ ਤਿੰਨੀ ਥਾਈਂ
ਇਹ ਜਿਹੜੇ ਆਕਸੀਜਨ ਵਾਲੇ ਬੈੱਡ ਕਰਤੇ ਆ 12 ਡਾਕਟਰ 24 ਨਰਸਾਂ ਦੀ ਆਈ ਆ, ਪਰ ਅਜੇ ਵੀ ਉਹ ਵੀ ਕਾਫੀ ਨਹੀਂ। ਮੈਂ ਚਾਹੁੰਦਾ ਕਿ ਜਿੱਡੀ ਵੱਡੀ ਸੰਸਥਾ ਵਾ ਉਹ ਵੀ ਸਿੱਧੂ ਸਾਹਿਬ ਜ਼ਿਆਦਾ ਕੁਝ ਕਰ ਸਕਦੀ ਆ, ਪਰ ਲੀਡਰਾਂ ਦਾ ਤਾਂ ਸਰੇ ਹੀ ਇੱਥੇ। ਬਿਲਕੁਲ ਤੁਸੀਂ ਸਹੀ ਕਹਿੰਦੇ ਜੀ, ਲੀਡਰ ਸਿਰਫ ਬੱਲੇ ਬੱਲੇ ਤੇ ਆਪਣੀ ਭੱਲ ਦੇ ਭੁੱਖੇ ਲੱਗਦੇ ਨੇ, ਪਰ ਇਹ ਸਮਾਂ ਬਦਲਦਿਆਂ ਚੇਂਜ ਆਉਂਦਿਆਂ ਟਾਈਮ ਨਹੀਂ ਲੱਗਦਾ ਜੀ। ਇੰਟਰਨੈਸ਼ਨਲ ਮੀਡੀਆ ਜਿੱਥੇ ਕਿ ਮੋਦੀ ਜੀ ਦੇ ਢੋਲ ਵਜਾਉਂਦਾ ਸੀ, ਉਹ ਹੁਣ ਪੂਰੀ ਤਰ੍ਹਾਂ ਇੱਕ ਕੁੰਭ ਮੇਲੇ ਨੂੰ ਤੇ ਮੋਦੀ ਜੀ ਦੀਆਂ ਰੈਲੀਆਂ ਨੂੰ, ਜਿਹੜਾ ਕਿ ਸਭ ਕੁਝ ਉਹਨਾਂ ਦੀ ਸਰਪ੍ਰਸਤੀ ਹੇਠ ਹੋਇਆ, ਉਹਦੇ ਕਾਰਨ ਕਰਕੇ ਜਿਹੜਾ ਹੈ ਉਹ ਬਹੁਤ ਹੀ ਭੰਡ ਰਿਹਾ। ਪਰ ਮੈਨੂੰ ਲੱਗਦਾ ਵੀ ਲੀਡਰਾਂ ਦੀ ਜਿਹੜੀ ਚਮੜੀ ਹੈ ਉਹ ਵੀ ਥੋੜੀ ਮੋਟੀ ਹੁੰਦੀ ਹੈ ਜੀ, ਥੋੜੇ ਬਹੁਤੇ ਨਾਲ ਉਹਨਾਂ ਦਾ ਜ਼ਮੀਰ ਨਹੀਂ ਜਾਗਦਾ, ਉਹਨਾਂ ਤੇ ਅਸਰ ਨਹੀਂ ਹੁੰਦਾ। ਪਰ ਮੀਡੀਆ ਦੀ ਗੱਲ ਸੁਣੋ, ਪਿਛਲੇ ਦਿਨਾਂ 'ਚ ਪਿਛਲੇ ਹਫਤੇ ਇੱਕ ਬਰਖਾ ਦੱਤ ਨੇ, ਬਹੁਤ ਵਧੀਆ ਰਿਪੋਰਟਰ, ਪਿਛਲੇ ਕਾਫੀ ਸਾਲ ਉਹਨਾਂ NDTV TV ਤੇ ਕੰਮ ਕੀਤਾ, ਡਿਜੀਟਲ ਰਿਪੋਰਟਰ ਵੀ ਨੇ, ਅੱਜ ਆਰਟੀਕਲ ਵੀ ਲਿਖਦੇ ਨੇ। ਮੈਂ ਉਹਨਾਂ ਦੀ ਇੱਕ ਬਾਹਰਲੇ ਗਰੁੱਪ ਨੂੰ ਦਿੱਤੀ, ਗਾਰਡੀਅਨ ਨੂੰ ਇੰਟਰਵਿਊ ਸੁਣ ਰਿਹਾ ਸੀ ਕਿ ਉਹਨਾਂ ਨੇ ਆਪਣੇ ਪਿਤਾ ਜੀ ਗਵਾਏ, ਪਰ ਉਹਨਾਂ ਨੇ ਜੋ ਕਿਹਾ ਉਹ ਮੈਨੂੰ ਲੱਗਦਾ ਹੈ ਕਿ ਉਹ ਮੁਰਦਾ ਵੀ ਰੋਣ ਲੱਗ ਪਏਗਾ ਉਹ ਸੁਣ ਕੇ। ਕਰੋਨਾ ਕਾਲ 'ਚ ਜੀ, ਕਰੋਨਾ ਦੀ ਵਜ੍ਹਾ ਕਰਕੇ ਉਹ ਕਹਿੰਦੇ ਜੀ ਐਂਬੂਲੈਂਸ ਨਹੀਂ ਮਿਲੀ, ਜੇ ਮੈਨੂੰ ਨਹੀਂ ਮਿਲੀ ਆਮ ਬੰਦੇ ਨੂੰ ਕਿੱਥੋਂ ਮਿਲੂ, ਜੇ ਮਿਲੀ ਤੇ ਆਕਸੀਜਨ ਨਹੀਂ, ਜੇ ਆਕਸੀਜਨ ਤੇ ਹਸਪੀਟਲ ਨਹੀਂ ਚੱਲਿਆ, ਜੇ ਚੜ੍ਹਾਈ ਕਰਕੇ ਤੇ ਜਿਹੜਾ ਸਲੋਟ ਸੀ ਜਿੱਥੇ ਸੰਸਕਾਰ ਕਰਨਾ ਸੀ ਉੱਥੇ 3 ਪਰਿਵਾਰ ਸਨ ਤੇ ਉਹ ਸੰਸਕਾਰ ਤੋਂ ਲੜਾਈ ਤੇ ਮੈਂ ਕੌਣ ਆਪਣੇ ਜਿਹੜਾ ਹੈ ਅੰਤਮ ਜਿਹੜਾ ਹੈ ਜਲਦੀ ਤੌਰ ਦੇ ਕਿਰਿਆਕਰਮ ਕਰ, ਮੈਂ ਪਹਿਲੋਂ ਆਇਆ ਬਾਕੀ ਇਹ ਹਾਲਤ ਨੇ। ਤੇ ਕੀ ਇਹ ਇੰਟਰਨੈਸ਼ਨਲ ਮੀਡੀਆ ਦਾ ਅੱਜ ਕੱਲ ਜਿਹੜੇ ਆਰਟੀਕਲ ਨੇ ਉਹ ਮੋਦੀ ਜੀ ਦੇ ਦਫ਼ਤਰ ਵਿੱਚ ਨਹੀਂ ਜਾਂਦੇ? ਇਹ ਤੇ ਹੋ ਗਿਆ ਜੀ ਕੇਂਦਰ ਦੀ ਗੱਲ। ਤੇ ਜਿਹੜੇ ਸੱਜਣ ਆਪਣੇ ਇੱਥੇ ਰਾਜ ਕਰਦੇ ਨੇ, ਆਪਣੇ ਰਾਜਾ ਸਾਹਿਬ, ਉਹਨਾਂ ਨੇ ਲਾਕਡਾਊਨ ਕੀਤਾ, ਇਹ ਬੜਾ ਚੰਗਾ। ਆਪਾਂ ਆਪਣੀਆਂ ਸਾਰੀ ਵੀਡੀਓ 'ਚ ਇਹ ਕਹਿੰਦੇ ਰਹੇ ਵੀ ਇਹ ਕਦਮ ਪੁੱਟਣ ਦੀ ਲੋੜ ਹੈ, ਛੋਟੇ ਛੋਟੇ ਜਿਹੜੇ ਕਿ ਇਹ ਨਹੀਂ ਪੁੱਟ ਰਹੇ, ਕੱਲ ਨੂੰ ਇਹਨਾਂ ਨੂੰ ਵੱਡੇ ਪੁੱਟਣੇ ਪੈਣੇ ਆ ਤੇ ਵੱਡੇ ਕਦਮ ਆਮ ਜਨਤਾ ਵਾਸਤੇ ਤਕਲੀਫ ਦੇ ਹੋਣੇ ਆ। ਹੁਣ ਉਹ ਛੋਟੇ ਕਦਮ ਤੇ ਆਪਣੀ ਵਾਰੀ ਇਹਨਾਂ ਪੁੱਟੇ ਨਹੀਂ, ਹੁਣ ਵੱਡੇ ਕਦਮ ਜਦੋਂ ਪੁੱਟਣੇ ਪੈਂਦੇ ਆ ਤੇ ਆਮ ਜਨਤਾ ਦੀ ਨਹੀਂ ਸੋਚਦੇ। ਹੁਣ ਤੁਸੀਂ ਸੋਚੋ ਕਿ ਦੁਕਾਨਦਾਰ ਹੈ, ਕਾਰੋਬਾਰੀ ਨੇ ਛੋਟੇ, ਉਹਨਾਂ ਦਾ ਹੋਰ ਤੇ ਕੋਈ ਜਰੀਆ ਨਹੀਂ ਕਮਾਈ ਦਾ ਜੀ। ਇੱਕ ਦੁਕਾਨਦਾਰ ਜਾਂ ਕਾਰੋਬਾਰੀ 2 4 ਜਾਂ 10 20 ਲੋਕਾਂ ਨੂੰ ਜਿਹੜਾ ਹੈ ਰੋਜ਼ਗਾਰ ਦਿੰਦਾ ਹੈ। ਜੇ ਉਹ ਰੋਜ਼ਗਾਰ ਬੰਦ ਹੋ ਗਏ ਤੇ ਸਰਕਾਰ ਕੀ ਕਰੂ? ਕਿਸੇ ਨੇ ਕਿਸੇ ਦੀ ਬਾਂਹ ਨਹੀਂ ਫੜਨੀ। ਇਹ ਤੇ ਹੁਣ ਕਰੋਨਾ ਕਾਲ ਲੰਘ ਗਿਆ, ਜੇ ਸੁੱਖੀ ਸਾਂਦੀ ਲੰਘ ਗਿਆ ਤੇ ਇਹਨਾਂ ਨੂੰ ਅਗਲੀਆਂ ਵੋਟਾਂ ਦੀ ਫਿਕਰ ਪੈ ਜਾਣੀ ਹੈ। ਪਰ ਆਮ ਇਨਸਾਨ ਦਾ ਪਰਵਲ ਸਾਹਿਬ ਕੀ ਬਣੂਗਾ? ਗੱਲ ਤੁਹਾਡੀ ਸਹੀ ਆ ਸਿੱਧੂ ਸਾਹਿਬ। ਦੇਖੋ ਤਰਾਸਦੀ ਦੇਖੋ, ਇਹ ਟੈਕਸ ਲੈਂਦੇ ਆ ਸਾਡੇ ਕੋਲ, ਜੋ ਬਰਤਾਨੀਆ ਦੀ ਸਲੈਬ ਆ, ਇੰਗਲੈਂਡ ਦੀ ਸਲੈਬ ਬਣੀ ਆ, ਉਸ ਸਲੈਬ ਤੇ ਟੈਕਸ ਲੈਂਦੇ ਆ। ਤੇ ਸਹੂਲਤਾਂ ਕੀ ਦਿੰਦੇ ਆ? ਖੁੱਲ ਗਈਆਂ ਨਾ ਪੋਲਾਂ, ਡਿਜੀਟਲ ਇੰਡੀਆ ਦੀਆਂ ਵੀ ਪੋਲਾਂ ਖੁੱਲ ਗਈਆਂ ਤੇ ਪੰਜਾਬ ਦੀਆਂ ਪੋਲਾਂ ਵੀ ਖੁੱਲ ਗਈਆਂ। ਉੱਥੇ ਤੇ ਜੀ ਜੇ ਟੈਕਸ ਲੈਂਦੇ ਨੇ ਤੇ 2-2 ਹਜ਼ਾਰ ਡਾਲਰ ਉਹਨਾਂ ਨੇ ਹਰੇਕ ਬੰਦੇ ਦੇ ਨਾਗਰਿਕ ਦੀ ਜੇਬ 'ਚ ਪਾਇਆ। ਇੱਥੇ ਤੇ 10 ਕਿਲੋ ਆਟਾ ਦੇ ਕੇ ਤੇ ਦਾਲ ਦੇ ਕੇ ਤੇ ਮੁੜ ਕੇ ਕਹਿੰਦੇ ਵੀ ਰਾਸ਼ਨ ਪਹੁੰਚਾਤਾ। ਲੋਕਾਂ ਦੀਆਂ ਦੁਕਾਨਾਂ ਬੰਦ ਕਰਤੀਆਂ, ਉਹਨਾਂ ਨੂੰ ਖਾਣ ਨੂੰ ਕੁਝ ਨਹੀਂ ਹੈਗਾ, ਫਿਰ ਲੋਕ ਲੜਨ ਨੂੰ ਪੈਂਦੇ ਆ। ਤੇ ਹਾਲਾਤ ਤੇ ਇਹੋ ਜਿਹੇ ਆ ਵੀ ਉਹ ਕੁਰਸੀ ਨੂੰ ਲੜੀ ਜਾਂਦੇ ਆ। ਕਿ ਜੇ ਸਿੱਧੂ ਸਾਹਿਬ ਮੈਂ ਤੇ ਗੱਲ ਹੋਰ ਕਹਿਣਾ, ਜਿੰਨੇ ਆਪਣੇ NRI ਭਰਾ ਨੇ ਤੇ ਜਿੰਨੀ ਉਹਨਾਂ 'ਚ ਸੇਵਾ ਭਾਵਨਾ ਵਾ, ਜੇ ਇਹਨਾਂ ਨੇ 1 ਸਾਲ ਤੋਂ ਪਹਿਲਾਂ ਉਹਨਾਂ ਦੇ ਗਾੜੀ ਦਾ ਨਾਰਾ ਮਾਰ ਲੈਂਦੇ, ਜੇ ਇਹਨਾਂ ਦੇ ਨਹੀਂ ਪੱਲੇ ਕੁਛ, ਤੇ ਮੇਰੇ ਖਿਆਲ ਨਾਲ ਪੰਜਾਬ ਦੇ ਕੋਲ ਘੱਟੋ ਘੱਟ ਨਹੀਂ 1 ਲੱਖ ਆਕਸੀਜਨ ਸਿਲੰਡਰ ਉਹਨਾਂ ਨੇ ਭੇਜ ਦੇਣਾ, ਜਾਂ ਆਕਸੀਜਨ ਜਿਹੜੇ ਆ ਸਪਲੇਟਰ ਆ ਉਹ NRI ਵੀਰਾਂ ਨੇ ਭੇਜ ਦੇਣੇ, ਤੇ ਭਾਵੇਂ ਸਾਰੇ ਹਿੰਦੁਸਤਾਨ ਦਾ ਇਲਾਜ ਕਰੀ ਜਾਂਦੇ। ਪਰਵਲ ਸਾਹਿਬ ਗੱਲ ਸੋਚਦੀ ਹੈ। ਮੈਨੂੰ ਲੱਗਦਾ ਜਦੋਂ ਟਰੂਡੋ ਸਾਹਿਬ ਪੰਜਾਬ ਆਏ ਸੀ, ਜੋ ਵਿਵਹਾਰ ਉਹਨਾਂ ਨਾਲ ਕੀਤਾ ਗਿਆ ਤੇ ਰਾਜਾ ਸਾਹਿਬ ਨੇ ਵੀ ਮੋਹਰੀ ਹੋ ਕੇ ਉਹ ਵਿਵਹਾਰ ਕੀਤਾ ਜਿਹੜਾ ਕਿ ਕੇਂਦਰ ਦੇ ਇਸ਼ਾਰੇ ਤੇ ਸੀ, ਉਹ ਨਹੀਂ ਸ਼ਾਇਦ ਤੁਸੀਂ ਭੁੱਲੇ। ਇਹਨਾਂ ਨੂੰ ਜਿੰਨੇ ਬਾਹਰ ਵਸਦੇ ਆਪਣੇ ਪੰਜਾਬੀ ਭਰਾ ਨੇ ਉਹ ਵੱਖਵਾਦੀ ਲੱਗਦੇ ਨੇ, ਜਦ ਕਿ ਮੈਂ ਇਹ ਕਹਿਣਾ ਵਾ ਕਿ ਬਾਹਰ ਦੇ ਗਦਰੀ ਬਾਬੇ ਵੀ ਗਏ ਸੀ, ਕਿ ਉਹ ਦੇਸ਼ ਆਜ਼ਾਦ ਕਰਾਉਣ ਵਾਲੇ ਵੀ ਵੱਖਵਾਦੀ ਸੀ। ਗੱਲ ਸੋਚਦੀ ਐ ਨਾ, ਦੇਖੋ ਇਹ ਸੋਚ ਇਹਨਾਂ ਦੀ ਉਦਾਂ ਹੀ ਚੱਲਦੀ ਹੈ ਜਿਹੜੀ ਇਹਨਾਂ ਨੂੰ ਆਪਣੇ ਸਿਆਸਤ ਦੇ ਵਿੱਚ ਫਿੱਟ ਬੈਠਦੀ ਨਜ਼ਰ ਆਉਂਦੀ ਹੈ। ਸੇਮ ਵੇ ਦੇ ਟਰਨ ਲਾਈਕ। ਸੋ ਹੁਣ ਚਲੋ ਦੇਰ ਆਏ ਦਰੁਸਤ ਆਏ, ਹੁਣ ਰਾਜਾ ਸਾਹਿਬ ਨੇ ਕਿਹਾ ਹੈ ਕਿ ਸਾਡੀ ਮਦਦ ਕਰੋ, ਮਦਦ ਹੋਵੇਗੀ ਵੀ, ਪਰ ਦੇਰੀ ਇਹ ਹੋਗੀ ਕਿ ਤੁਸੀਂ ਇਨ ਟਾਈਮ ਜੋ ਅਪਰੋਚ ਚਾਹੀਦੀ ਸੀ ਉਹ ਨਹੀਂ ਵਰਤੀ। ਹੁਣ ਵੀ ਤੁਸੀਂ ਆਮ ਦੇਖੋ, ਜਿੰਨੇ ਛੋਟੇ ਕਾਰੋਬਾਰ ਜਾਂ ਵੱਡੇ ਕਾਰੋਬਾਰ ਜਾਂ ਫੈਕਟਰੀਆਂ ਨੇ, ਉਹਦੇ ਤੇ ਤੁਸੀਂ ਇੱਕ ਬਲਬ ਵੀ ਨਾ ਜਗਾਓ ਤੇ ਤੁਹਾਨੂੰ ਇੱਕ ਮਿਨੀਮਮ ਚਾਰਜ ਆਉਂਦਾ ਹੈ। ਮਿਨੀਮਮ ਚਾਰਜ ਕੀ ਹੈ? ਉਹ ਬਿਜਲੀ ਵਾਲੇ ਲੈਂਦੇ ਨੇ। ਉਹ ਪਤਾ ਨਹੀਂ ਕਿਹੜਾ ਜੱਜੀਆ ਟੈਕਸ ਹੈ ਜਿਹੜਾ ਕਿ ਹਜ਼ਾਰਾਂ ਜਾਂ ਲੱਖਾਂ ਦੇ ਵਿੱਚ ਹੈ। ਕਿ ਕਰੋਨਾ ਕਾਲ ਦੇ ਵਿੱਚ ਉਹ ਟੈਕਸ ਮਾਫ ਨਹੀਂ ਹੋਣਾ ਚਾਹੀਦਾ। ਦੁਕਾਨਦਾਰ ਵਿਚਾਰੇ ਜਿਹੜੇ ਹਾਊਸ ਟੈਕਸ ਦਿੰਦੇ ਨੇ ਜਾਂ ਸ਼ਾਪ ਟੈਕਸ ਦਿੰਦੇ ਨੇ, ਕੀ ਉਹਨਾਂ ਦੇ ਟੈਕਸ ਮਾਫ ਨਹੀਂ ਹੋਣੇ ਚਾਹੀਦੇ? ਉਹ ਵਿਚਾਰੇ ਕਿਰਾਇਆ ਵੀ ਦਿੰਦੇ ਨੇ, ਬਿਜਲੀ ਦੇ ਬਿੱਲ ਮਿਨੀਮਮ ਚਾਰਜ ਦਿੰਦੇ ਨੇ। ਪਿਛਲੀ ਵਾਰ ਵੀ ਜਿਹੜਾ ਬਿਜਲੀ ਮਹਿਕਮਾ ਹੈ ਉਹ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਚਲਾਉਂਦੀ ਨਹੀਂ ਹੈ, ਉਹ ਕੋਈ ਡਿਕਟੇਟਰ ਚਲਾਉਂਦਾ ਹੈ ਜਿਹਦਾ ਕਿ ਪੰਜਾਬ ਸਰਕਾਰ ਨਾਲ ਵਾਹ ਵਾਸਤਾ ਨਹੀਂ ਹੈ। ਮੇਰਾ ਕਹਿਣ ਦਾ ਭਾਵ ਹੈ ਕਿ ਆਪਾਂ
ਦਵਾਈਆਂ ਤੇ ਦਵਾਈਆਂ ਜਿਹੜੀਆਂ ਜੀਵਨ ਬਚਾਊ ਦਵਾਈਆਂ ਨੇ ਇਸ ਕੇਸ 'ਚ ਵੇਖੋ ਉਹਨਾਂ ਤੇ ਵੀ GST ਬਰਾਬਰ ਲਿਆ ਜਾਂਦਾ ਹੈ। ਬਿਲਕੁਲ। ਉਹ ਵੀ ਕਿੱਦਾਂ ਦਾ ਰਾਜ ਹੈ, ਸਮਝ ਨਹੀਂ ਆਉਂਦੀ ਵੀ ਇਹ ਨੋਟ ਇਕੱਠੇ ਕਰਨ ਦਾ ਵੇਲਾ ਹੈ ਸਰਕਾਰਾਂ ਵਾਸਤੇ ਜਾਂ ਆਪਣੀ ਪਬਲਿਕ ਨੂੰ ਜਿੰਦਾ ਰੱਖਣ ਦਾ ਵੇਲਾ ਹੈ। ਗੱਲ ਉਹੀ ਅਮਰੀਕਾ ਦੀ ਰੀਸ ਕਰਨੀ ਜੀ, ਜੇ ਉਹਨਾਂ ਨੇ 에ਅਰਫੋਰਸ 1 ਲਿਆ ਹੈ ਤੇ ਆਪਾਂ 에ਅਰ ਇੰਡੀਆ 1 ਲੈਣਾ ਹੈ, ਉਹਨਾਂ ਨਾਲੋਂ ਵੱਧ ਪੈਸੇ ਖਰਚਣੇ ਨੇ, ਸਟੈਚੂ ਸਭ ਤੋਂ ਵਧੀਆ ਵੱਡਾ ਬਣਾਉਣਾ ਹੈ ਚਾਈਨਾ ਨੂੰ ਆਰਡਰ ਦੇ ਕੇ। ਪਰ ਮੈਨੂੰ ਲੱਗਦਾ ਕਿ ਹੌਲੀ ਹੌਲੀ ਸੰਗਤ ਤੇ ਜਨਤਾ 'ਚ ਅਵੇਅਰਨੈਸ ਆ ਰਹੀ ਹੈ। ਹਾਂ, ਇਹ ਕਿੰਨੇ ਦਿਨ ਇਹ ਦੁੱਖ ਯਾਦ ਰੱਖੇ ਜਾਂਦੇ ਨੇ ਤੇ ਪਰ ਇਲੈਕਸ਼ਨ ਵੇਲੇ ਉਹ ਕੀ ਰੂਪ ਧਾਰਦੇ ਨੇ, ਕੀ ਹੁਕਮਰਾਨ ਇਹੀ ਚੱਲਦੇ ਨੇ, ਬਦਲੇ ਜਾਂਦੇ ਨੇ ਜਾਂ